साडी सरकारी कन्या सीनियर सैकेंडरी स्कूल कैंप बटाला जिला गुरदासपुर विखे सेवा निभा रही हाँ। मेरे वालों तुहानू सारिआं नू प्यार ते सत्कार भरपूर सत श्री अकाल। प्यारे बच्चों, जदों नैतिक गुणां दी घाट आ जाए उदों समाज जिहड़ा वा ढहिंदियां कलां वल नूं तुर पैंदा। जदों साडे सिੱਖਿਆ विभाग ने इन्हां गल्लां नूं नोट कीता ਤਾਂ ਉਹਨਾਂ ਮਹਿਸੂਸ ਕੀਤਾ ਕਿ ਅਜਿਹੇ ਨੈਤਿਕ ਗੁਣ ਸਾਨੂੰ ਜਿਹੜੀ ਪਨੀਰੀ ਆ ਸਾਡੀ ਉਸ ਦੇ ਵਿੱਚ ਡਿਵੈਲਪ ਕਰਨੇ ਚਾਹੀਦੇ ਹਨ। ਜਦੋਂ ਉਸ ਪਨੀਰੀ ਦੇ ਵਿੱਚ ਵਧੀਆ ਨੈਤਿਕ ਗੁਣ ਡਿਵੈਲਪ ਹੋ ਜਾਣਗੇ ਤਾਂ ਉਸ ਦਾ ਸਮਾਜ ਦੇ ਉੱਤੇ ਵੀ ਬਹੁਤ ਵਧੀਆ ਅਸਰ ਪਵੇਗਾ। ਇਸੇ ਗੱਲ ਨੂੰ ਲੈ ਕੇ ਜਿਹੜਾ ਇੱਕ ਵਿਸ਼ਾ ਸ਼ੁਰੂ ਕੀਤਾ ਗਿਆ, ਜਿਸ ਵਿਸ਼ੇ ਦਾ ਨਾਮ ਹੈ ਵੈਲਕਮ ਲਾਈਫ, ਸਵਾਗਤ ਜ਼ਿੰਦਗੀ। ਇਸ ਦੇ ਵਿੱਚ ਅਜਿਹੀਆਂ ਕਿਰਿਆਵਾਂ ਅਧਿਆਪਕਾਂ ਨੇ ਕਰਾਈਆਂ ਜਿਸ ਦੇ ਨਾਲ ਬੱਚਿਆਂ ਵਿੱਚ ਜਿਨ੍ਹਾਂ ਕਦਰਾਂ ਕੀਮਤਾਂ ਦੀ ਘਾਟ ਹੋ ਚੁੱਕੀ ਆ ਉਹਨਾਂ ਕਦਰਾਂ ਕੀਮਤਾਂ ਨੂੰ ਮੁੜ ਤੋਂ ਸੁਰਜੀਤ ਕੀਤਾ ਜਾਵੇ। ਤੇ ਆਓ ਅੱਜ ਅਸੀਂ ਉਹਨਾਂ ਵਿੱਚੋਂ ਹੀ ਇੱਕ ਜਿਹੜਾ ਵਾ ਵਿਸ਼ਾ ਲੈਂਦੇ ਆ ਜੋ ਕਿ ਲਿੰਗਿਕ ਸਮਾਨਤਾ, ਜਾਣੀ ਕਿ ਜੈਂਡਰ ਇਕੁਐਲਿਟੀ। ਜਿਹੜਾ ਸਾਡੇ ਸਮਾਜ ਦੇ ਵਿੱਚ ਫਰਕ ਸਮਝਿਆ ਜਾਂਦਾ ਲੜਕੇ ਤੇ ਲੜਕੀ ਦੇ ਵਿੱਚ, ਉਸ ਨੂੰ ਚੰਗੀ ਤਰ੍ਹਾਂ ਸਪਸ਼ਟ ਕਰਨ ਦੇ ਲਈ ਇਹ ਵਿਸ਼ਾ ਲਿਆ ਗਿਆ। ਤੇ ਆਓ ਇਸ ਦੇ ਬਾਰੇ ਸਾਰੀ ਜਾਣਕਾਰੀ ਲੈਂਦੇ ਆ। ਲਿੰਗਿਕ ਸਮਾਨਤਾ। मैं तो ਵੱਡੇ ਹੋ ਕੇ ਡੀਐਸਪੀ बनना, तू की बनना है? मैं तो ਵੱਡੇ ਹੋ ਕੇ ਡਾਕਟਰ बनना है। मैं तो ਵੱਡੇ ਹੋ ਕੇ ਆਈਪੀਐਸ ਆਫੀਸਰ बनना है। ਕੁੜੀਆਂ ਨਹੀਂ ਆਈਪੀਐਸ ਆਫੀਸਰ ਬਣ ਸਕਦੀਆਂ। ਇਹ ਤੇਰਾ ਵਹਿਮ ਹੈ। ਅੱਜਕੱਲ ਹਰ ਮਹਿਕਮੇ ਵਿੱਚ ਕੁੜੀ ਨੌਕਰੀ ਕਰ ਸਕਦੀ ਹੈ। ਕੁੜੀਆਂ ਸਿਰਫ ਡਾਕਟਰ ਜਾਂ ਟੀਚਰ ਬਣ ਸਕਦੀਆਂ। ਜੇ ਕੁੜੀਆਂ ਆਈਪੀਐਸ ਆਫੀਸਰ ਬਣ ਗਿਆ ਤੇ ਕਰਦੇ ਕੰਮ ਕਿੰਨੇ ਕਰਨੇ ਨੇ? ਜਿੰਨੀ ਜ਼ਿੰਮੇਵਾਰੀ ਸਾਡੀ ਕੰਮ ਕਰਨ ਦੀ ਓਨੀ ਹੀ ਤੁਹਾਡੀ ਵੀ ਹੈ। ਤੁਸੀਂ ਚੁੱਪ ਕਰੋ। ਤੁਸੀਂ ਚੁੱਪ ਕਰੋ। ਮੈਂ ਸਹੀ ਸਹੀ ਤੁਸੀਂ ਚੁੱਪ ਕਰੋ। ਮੈਂ ਸਹੀ ਆ। ਇੰਨਾ ਸ਼ੋਰ ਕੀ ਹੋ ਰਿਹਾ ਹੈ? पता नहीं दोवें कदों दी लड़ी जा रहे हैं। ਕੀ ਗੱਲ ਹੈ? ਮਤਲਬ ਇਹ ਕਹਿ ਰਹੀ ਹੈ ਕਿ ਮੈਂ ਵੱਡੇ ਹੋ ਕੇ ਆਈਪੀਐਸ ਆਫੀਸਰ ਬਣਨਾ। ਜੇ ਕੁੜੀ ਆਈਪੀਐਸ ਆਫੀਸਰ ਬਣ ਗਿਆ ਤੇ ਘਰ ਦੇ ਕੰਮ ਕਿੰਨੇ ਕਰਨੇ ਨੇ? ਅਮਰਤ, ਤੁਸੀਂ ਇੱਥੇ ਗਲਤ ਹੋ। ਹੁਣ ਦੇ ਜ਼ਮਾਨੇ ਵਿੱਚ ਲੜਕੀਆਂ ਵੀ ਉਹ ਹਰ ਕੰਮ ਕਰ ਸਕਦੀਆਂ ਜੋ ਕਿ ਧਾਰਨਾ ਬਣੀ ਸੀ ਕਿ ਸਿਰਫ ਲੜਕੇ ਕਰ ਸਕਦੇ। ਹੁਣ ਦੇ ਜ਼ਮਾਨੇ ਵਿੱਚ ਲੜਕੀਆਂ ਲੜਕਿਆਂ ਨਾਲੋਂ ਵੀ ਅੱਗੇ ਜਾ ਚੁੱਕੀਆਂ ਨੇ। ਤੁਹਾਡਾ ਇਹ ਸਾਰੀ ਗੱਲ ਨੂੰ ਕਲੀਅਰ ਕਰਨ ਦੇ ਵਾਸਤੇ ਆਪਾਂ ਇੱਕ ਕਿਰਿਆ ਕਰਨੀ ਆ। ਉਹ ਕਿਰਿਆ ਦਾ ਨਾਮ ਆ ਜੈਂਡਰ ਸਿਮਿਲੈਰਿਟੀ, ਜਾਣੀ ਕਿ ਲਿੰਗਿਕ ਸਮਾਨਤਾ, ਜਿਸ ਦੇ ਵਿੱਚ ਲੜਕੀ ਜਾਂ ਲੜਕੇ ਦੇ ਵਿੱਚ ਕੋਈ ਫਰਕ ਨਹੀਂ। ਹਰ ਕੰਮ ਲੜਕੀ ਵੀ ਕਰ ਸਕਦੀ ਆ ਤੇ ਉਹ ਕੰਮ ਲੜਕਾ ਵੀ ਕਰ ਸਕਦਾ। ਆਓ ਇਹ ਸਾਰੀ ਕਿਰਿਆ ਨੂੰ ਆਪਾਂ ਤੁਹਾਨੂੰ ਕਰਕੇ ਦਿਖਾਉਨੇ ਆ, ਫਿਰ ਤੁਹਾਨੂੰ ਚੰਗੀ ਤਰ੍ਹਾਂ ਸਮਝ ਲੱਗੇ। ਆਪਾਂ ਕਰੀਏ ਕਿਰਿਆ ਲਿੰਗਿਕ ਸਮਾਨਤਾ। ਬੱਚਿਓ, ਇਸ ਗੱਲ ਨੂੰ ਤੁਹਾਨੂੰ ਸਮਝਾਉਣ ਦੇ ਵਾਸਤੇ ਅਸੀਂ ਸਭ ਤੋਂ ਪਹਿਲਾਂ ਕਿਰਿਆ ਜਿਹੜੀ ਪਹਿਲੀ ਕਰਦੇ ਆ ਉਸ ਦੇ ਵਿੱਚ ਕੀ ਆ ਕਿ ਕੁਝ ਕਥਨ ਦਿੱਤੇ ਆ। ਉਹਨਾਂ ਵਿੱਚ ਲਿੰਗ ਅਨੁਸਾਰ ਕੰਮ ਕਰਨ ਦੇ ਮੌਕਿਆਂ ਅਤੇ ਅਧਿਕਾਰਾਂ ਦੀ ਜਾਣਕਾਰੀ ਦਿੱਤੀ ਗਈ ਹੈ। ਇਸ ਦੇ ਸਾਹਮਣੇ ਆਪਣੀ ਸੂਝ ਅਨੁਸਾਰ ਸਹੀ ਕਥਨ ਤੇ ਸਹੀ ਦਾ ਨਿਸ਼ਾਨ ਲਗਾਉਣਾ ਵਾ 1 ਤੋਂ 4 ਤੱਕ ਅੰਕਾਂ ਦੇ ਹਿਸਾਬ ਨਾਲ। ਇੱਧਰ ਦੇਖੋ, ਇੱਧਰ ਸਾਰੇ ਕਥਨ ਦਿੱਤੇ ਆ ਤੇ ਇੱਧਰ ਅੰਕ ਪਾਏ ਆ। ਤੇ ਜਿਸ ਤਰ੍ਹਾਂ ਪਹਿਲੇ ਅੰਕ ਦੇ ਵਿੱਚ ਪੂਰਨ ਸਹਿਮਤੀ ਨਾ ਆਉਣਾ 1 ਨੰਬਰ, ਪੂਰਨ ਸਹਿਮਤੀ ਨਾ ਆਉਣਾ 2 ਨੰਬਰ, ਪੂਰਨ ਸਹਿਮਤੀ ਨਾ ਆਉਣਾ 3 ਨੰਬਰ, ਪੂਰਨ ਸਹਿਮਤੀ ਨਾ ਆਉਣਾ 4 ਨੰਬਰ। ਤੇ ਇੱਧਰ ਕਥਨ ਆ। ਸਭ ਤੋਂ ਪਹਿਲਾਂ ਕਥਨ ਵੇਖੋ, ਕੁੜੀ ਨਾਲੋਂ ਮੁੰਡੇ ਦਾ ਜਨਮ ਹੋਣਾ ਜ਼ਿਆਦਾ ਜ਼ਰੂਰੀ ਹੈ। ਇਸ ਦੇ ਵਿੱਚ ਜੇਕਰ ਤੁਸੀਂ 1 ਨੰਬਰ ਦੇ ਉੱਤੇ ਟਿਕ ਕਰਦੇ ਜੇ ਤੇ ਇਸ ਦਾ ਮਤਲਬ ਇਹ ਆ ਕਿ ਤੁਸੀਂ 25% ਜਿਹੜੇ ਆ ਇਸ ਗੱਲ ਨਾਲ ਸਹਿਮਤ ਨਹੀਂ ਜੇ। ਜੇ ਤੁਸੀਂ 2 ਨੰਬਰ ਤੇ ਅੱਗੇ ਟਿਕ ਕਰਦੇ ਜੇ ਤੇ ਇਸ ਦਾ ਮਤਲਬ ਤੁਸੀਂ 50% ਇਸ ਕਥਨ ਨਾਲ ਸਹਿਮਤ ਨਹੀਂ। ਤੇ ਜੇਕਰ 3 ਨੰਬਰ ਦੇ ਉੱਤੇ ਤੁਸੀਂ ਟਿਕ ਕਰਦੇ ਜੇ ਤੇ ਇਸ ਦਾ ਮਤਲਬ ਇਹ ਆ ਕਿ 75% ਤੁਸੀਂ ਇਸ ਕਥਨ ਦੇ ਨਾਲ ਸਹਿਮਤ ਨਹੀਂ। ਤੇ ਜੇ ਤੁਸੀਂ 4 ਨੰਬਰ ਦੇ ਇੱਥੇ ਟਿਕ ਕਰਦੇ ਜੇ ਤੇ ਇਸ ਦਾ ਮਤਲਬ ਤੁਸੀਂ 100% ਇਸ ਗੱਲ ਨਾਲ ਸਹਿਮਤ ਨਹੀਂ। ਅਗਲਾ ਵੇਖੋ ਕਥਨ ਕੀ ਆ,
ਸਿਰਫ ਲੜਕਾ ਹੀ ਬਜ਼ੁਰਗ ਮਾਂ-ਬਾਪ ਦੀ ਸੇਵਾ ਕਰ ਸਕਦਾ ਹੈ। ਜਿੱਥੇ ਤੁਸੀਂ ਠੀਕ ਸਮਝਦੇ ਜੇ ਆਪਣੀ ਸੂਝ-ਬੂਝ ਦੇ ਅਨੁਸਾਰ ਉੱਥੇ ਤੁਸੀਂ ਟਿਕ ਦਾ ਨਿਸ਼ਾਨ ਲਗਾ ਦੇਣਾ। ਲਗਾਉਣਾ ਇੱਕ ਹੀ ਨਿਸ਼ਾਨ ਹੈ, ਭਾਵੇਂ ਜਿੱਥੇ ਮਰਜ਼ੀ ਤੁਸੀਂ ਲਗਾਓ। ਲੜਕੇ ਨਾਲੋਂ ਲੜਕੀ ਦੀ ਸ਼ਕਲ ਸੂਰਤ ਜ਼ਿਆਦਾ ਅਹਿਮੀਅਤ ਰੱਖਦੀ ਹੈ ਤੇ ਇਸ ਦੇ ਵਿੱਚ ਵੀ ਤੁਸੀਂ ਆਪਣੀ ਸਮਝ ਮੁਤਾਬਕ, ਆਪਣੀ ਸੋਚ ਮੁਤਾਬਕ ਤੁਸੀਂ ਜਿੱਥੇ ਤੁਸੀਂ ਠੀਕ ਸਮਝੋਗੇ ਉੱਥੇ ਟਿਕ ਲਗਾਉਣੀ ਹੈ। ਚੌਥਾ ਨੰਬਰ ਦੇਖੋ ਬੱਚਿਓ, ਬੱਚੇ ਦਾ ਧਿਆਨ ਰੱਖਣਾ ਸਿਰਫ ਔਰਤ ਦੀ ਜ਼ਿੰਮੇਵਾਰੀ ਹੈ। ਇਸ ਵਿੱਚ ਵੀ ਤੁਸੀਂ ਆਪਣੀ ਸੋਚ ਮੁਤਾਬਕ ਟਿਕ ਲਗਾਉਣੀ। ਕਿਸੇ ਵੀ ਨੰਬਰ ਦੇ ਉੱਤੇ ਤੁਸੀਂ ਇੱਕ ਟਿਕ ਲਗਾ ਸਕਦੇ ਜੀ। ਲੜਕੇ ਲੜਕੀਆਂ ਨਾਲੋਂ ਮੈਥ ਤੇ ਸਾਇੰਸ ਵਿੱਚ ਬਿਹਤਰ ਹੁੰਦੇ ਹਨ। ਇੱਥੇ ਵੀ ਤੁਸੀਂ ਆਪਣੀ ਮਰਜ਼ੀ ਮੁਤਾਬਕ ਟਿਕ ਲਗਾਉਣੀ ਹੈ। ਅੱਗੇ ਵੇਖੋ 6ਵਾਂ ਨੰਬਰ ਕੀ ਆ, ਲੜਕੇ ਲੜਕੀਆਂ ਨਾਲੋਂ ਜ਼ਿਆਦਾ ਸਿੱਖਿਆ ਪ੍ਰਾਪਤ ਕਰ ਸਕਦੇ ਹਨ। ਇੱਥੇ ਵੀ ਤੁਸੀਂ ਆਪਣੀ ਸੋਚ ਵਰਤੋਗੇ ਕਿ ਅਸੀਂ ਇੱਥੇ ਟਿਕ ਲਾਉਣੀ ਆ, 2 ਨੰਬਰ ਤੇ ਲਾਉਣੀ ਆ, 3 ਤੇ ਜਾਂ 4 ਤੇ। ਅਗਲਾ ਵੇਖੋ 7ਵਾਂ ਕਥਨ ਕੀ ਆ, ਮਾਰਸ਼ਲ, ਰਗਬੀ, ਫੁੱਟਬਾਲ ਆਦਿ ਖੇਡਾਂ ਵਿੱਚ ਲੜਕੀਆਂ ਨਾਲੋਂ ਘੱਟ ਕਾਬਲ ਹਨ। ਲੜਕੀਆਂ ਜਿਹੜੀਆਂ ਵਾ ਲੜਕਿਆਂ ਨਾਲੋਂ ਘੱਟ ਕਾਬਲ ਹਨ। ਇਹ ਤੁਸੀਂ ਆਪਣੀ ਸੋਚ ਮੁਤਾਬਕ ਪੂਰਨ ਸਹਿਮਤੀ ਨਹੀਂ, 1 ਜਾਂ 2 ਜਾਂ 3 ਜਾਂ 4 ਕਿਸੇ ਵੀ ਅੱਗੇ ਅੰਕ ਦੇ ਉੱਤੇ ਤੁਸੀਂ ਇੱਕ ਟਿਕ ਕਰ ਦੇਣੀ ਆ ਜਿਹੜੀ ਤੁਹਾਨੂੰ ਆਪਣੀ ਸਹੀ ਲੱਗਦੀ ਹੈ। 8ਵਾਂ ਵੇਖੋ ਕਥਨ ਕੀ ਆ, ਮਰਦ ਪ੍ਰਾਪਰਟੀ, ਜਾਇਦਾਦ ਜਾਂ ਜ਼ਮੀਨ ਦੇ ਮਾਲਕ ਬਣਨ ਲਈ ਔਰਤਾਂ ਨਾਲੋਂ ਜ਼ਿਆਦਾ ਯੋਗ ਹਨ। ਇੱਥੇ ਤੁਸੀਂ ਜਿਹੜਾ ਤੁਸੀਂ ਠੀਕ ਸਮਝਦੇ ਜੇ ਆਪਣੀ ਸੋਚ ਮੁਤਾਬਕ ਉਹਦੇ ਅੱਗੇ ਤੁਸੀਂ ਟਿਕ ਲਗਾ ਦੇਣੀ ਹੈ। ਤੁਸੀਂ ਜਿਸ ਤਰ੍ਹਾਂ ਤੁਹਾਨੂੰ ਦੱਸਿਆ ਕਿ ਆਪਣੇ ਨੰਬਰ ਤੁਸੀਂ ਜੋੜਨੇ ਆ ਜਿੱਥੇ ਜਿੱਥੇ ਤੁਸੀਂ ਟਿਕ ਲਾਈ ਆ, ਤੇ ਮੈਨੂੰ ਆਸ ਵਾ ਕਿ ਤੁਸੀਂ ਆਪਣੇ ਨੰਬਰ ਜੋੜ ਲਏ ਹੋਣਗੇ। ਦੇਖੋ ਬੱਚਿਓ, ਜਿਸ ਤਰ੍ਹਾਂ ਤੁਹਾਨੂੰ ਵੱਖਰੇ 4 ਕਾਲਮ ਬਣਾ ਕੇ ਦਿੱਤੇ ਸੀ ਉਹਨਾਂ ਦੇ ਮੁਤਾਬਕ ਤੁਸੀਂ ਟਿਕ ਕਰ ਲਿਆ ਹੋਵੇਗਾ। ਤੇ ਹੁਣ ਅਸੀਂ ਨੰਬਰ ਤੁਹਾਨੂੰ ਦੱਸਣ ਲੱਗੇ ਆ। ਹੁਣ ਬੱਚੇ ਵੇਖੋ ਤੁਹਾਡੇ ਅੱਗੇ ਸਾਰੇ 4 ਹਿੱਸੇ ਲਿਖ ਦਿੱਤੇ ਆ, ਅੰਕ ਲਿਖ ਦਿੱਤੇ ਗਏ ਆ। ਜੇਕਰ ਤੁਸੀਂ 32 ਤੋਂ 22 ਵਿੱਚ ਜਿਹੜੇ ਟਿਕ ਕੀਤੀ ਆ ਤੁਹਾਡੇ ਨੰਬਰ ਇੰਨੇ ਬਣਦੇ ਆ, ਤੇ ਇਸ ਦਾ ਮਤਲਬ ਕਿ ਜੋ ਵੀ ਸੁਸਾਇਟੀ ਦੇ ਵਿੱਚ ਚੱਲ ਰਿਹਾ ਤੁਸੀਂ ਉਸ ਦੇ ਨਾਲ ਸਹਿਮਤ ਹੋ ਕਿ ਜੋ ਵੀ ਸੁਸਾਇਟੀ 'ਚ ਹੋ ਰਿਹਾ ਵਾ ਲਿੰਗਿਕ ਦੇ ਹਿਸਾਬ ਨਾਲ ਉਹ ਠੀਕ ਹੈ, ਤੇ ਇਹ ਮੇਰੇ ਹਿਸਾਬ ਨਾਲ ਇਹ ਗਲਤ ਆ। ਫਿਰ ਉਸ ਤੋਂ ਪਿੱਛੋਂ 21 ਤੋਂ 16 ਵਿੱਚ ਜੇਕਰ ਤੁਹਾਡੇ ਨੰਬਰ ਆ ਰਹੇ ਆ ਜਿਹੜੇ ਤੁਸੀਂ ਟਿਕ ਕੀਤੇ ਆ, ਤੇ ਇਸ ਦਾ ਮਤਲਬ ਕਿ ਤੁਹਾਡੀ ਥੋੜੀ ਜਿਹੜੀ ਸੋਚ ਵਾ ਉਹ ਠੀਕ ਹੋ ਗਈ ਆ, ਸੁਸਾਇਟੀ ਨਾਲੋਂ ਤੁਸੀਂ ਪ੍ਰੋਗਰੈਸ ਵੱਲ ਜਾ ਰਹੇ ਜੀ। ਤੇ ਜੇਕਰ ਤੁਹਾਡੇ ਨੰਬਰ ਜਿਹੜੇ ਆ 15 ਤੋਂ 9 ਵਿੱਚ ਵਾ ਤਾਂ ਤੁਸੀਂ ਆਪਣਾ ਕਾਫੀ ਸੁਧਾਰ ਕਰ ਲਿਆ, ਜੋ ਕਿ ਤੁਸੀਂ ਲਿੰਗ ਤੇ ਧਾਰ ਤੇ ਤੁਹਾਡੇ ਮਨ ਵਿੱਚ ਜਿਹੜਾ ਵਿਤਕਰਾ ਵਾ ਉਹ ਕਾਫੀ ਹੱਦ ਤੱਕ ਖਤਮ ਹੋ ਚੁੱਕਿਆ ਵਾ। ਤੇ ਜੇਕਰ ਤੁਹਾਡੇ 8 ਤੋਂ 0 ਦੇ ਦਰਮਿਆਨ ਨੰਬਰ ਆ ਰਹੇ ਆ, ਇਸ ਦਾ ਮਤਲਬ ਕਿ ਤੁਹਾਡੇ ਮਨ ਦੇ ਵਿੱਚ ਲਿੰਗਿਕ ਸਮਾਨਤਾ ਦੇ ਲਈ ਪੂਰਾ ਸਨਮਾਨ ਵਾ, ਇੱਕੋ ਜੇ ਤੁਸੀਂ ਸਮਝਦੇ ਜੇ ਲਿੰਗ ਦੇ ਆਧਾਰ ਤੇ ਤੁਸੀਂ ਕੋਈ ਵੀ ਵਿਤਕਰਾ ਨਹੀਂ ਸਮਝਦੇ। ਤੇ ਸਾਨੂੰ ਜਿਹੜੀ ਆਪਣੀ ਸੋਚ ਨੂੰ ਇਸ ਦੇ ਮੁਤਾਬਕ ਕਰਨਾ ਚਾਹੀਦਾ। ਬੱਚਿਓ, ਤੁਹਾਨੂੰ ਲਿੰਗਿਕ ਸਮਾਨਤਾ ਸਮਝਾਉਣ ਦੇ ਲਈ ਆਪਾਂ ਕਿਰਿਆ ਕੀਤੀ ਕਿ ਉਸ ਦੇ ਵਿੱਚ ਤੁਹਾਨੂੰ ਵੱਖਰੇ ਵੱਖਰੇ ਕਥਨ ਦੱਸੇ ਕਿ ਤੁਸੀਂ ਇਹਦੇ ਵਿਚਾਰ ਤੁਹਾਡੇ ਮੁਤਾਬਕ ਕੀ ਨੇ। ਤੁਸੀਂ ਆਪਣੇ ਉਹ ਵਿਚਾਰ ਦਿੱਤੇ ਤੇ ਅਸੀਂ ਅੰਕ ਇਕੱਠੇ ਕੀਤੇ, ਤੇ ਇਹਨਾਂ ਅੰਕਾਂ ਦੇ ਨਤੀਜੇ ਦੇ ਵਿੱਚ ਇਹ ਗੱਲ ਨਿਕਲੀ ਆ ਕਿ ਤੁਹਾਡੀ ਅਜੇ ਵੀ ਸੋਚ ਨੂੰ ਸੁਧਾਰਨ ਦੀ ਲੋੜ ਵਾ। ਤੇ ਇਸ ਗੱਲ ਨੂੰ ਹੋਰ ਵੀ ਵਧੀਆ ਤਰੀਕੇ ਨਾਲ ਅਸੀਂ ਕਲੀਅਰ ਕਰਨਾ ਚਾਹੁੰਦੇ ਆ। ਤੇ ਮੈਂ ਤੁਹਾਨੂੰ ਇੱਕ ਗੱਲ ਸੁਣਾਉਣੀ ਆ ਕਿ ਮੈਂ ਲੈ ਕੇ ਆਈ ਕੱਪੜੇ, ਤੇ ਉਹਦੇ ਵਿੱਚ ਗੁਲਾਬੀ ਰੰਗ ਦੀ ਜਿਹੜੀ ਆ ਟੀ-ਸ਼ਰਟ ਸੀ ਬੱਚੇ ਦੀ, ਮੈਂ ਬੇਟੇ ਨੂੰ ਲਿਆ ਕੇ ਦਿੱਤੀ, ਤੇ ਉਸ ਨੇ ਉਸੇ ਵੇਲੇ ਉਹ ਟੀ-ਸ਼ਰਟ ਜਿਹੜੀ ਸੀ ਮੈਨੂੰ ਵਾਪਸ ਕਰ ਦਿੱਤੀ। ਕਹਿੰਦੇ ਕਿ ਇਹ ਜਿਹੜੀ ਟੀ-ਸ਼ਰਟ ਆ ਮੈਂ ਨਹੀਂ ਪਾਉਣੀ, ਇਹ ਲੜਕੀਆਂ ਦਾ ਰੰਗ।
ਤੁਹਾਨੂੰ ਵੀ ਕਈ ਵਾਰ ਮੈਂ ਵੇਖਿਆ ਕਿ ਬੱਚਿਆਂ ਨੂੰ ਜਦੋਂ ਇਨਾਮ ਦੇ ਤੌਰ ਤੇ ਅਸੀਂ ਪੈਨ ਪੈਨਸਲਾਂ ਵੀ ਲਿਆ ਕੇ ਦਿੰਨੇ ਆ, ਪੈਨਾਂ ਦੇ ਵਿੱਚ ਵੱਖਰੇ ਵੱਖਰੇ ਰੰਗ ਹੁੰਦੇ ਆ, ਤੇ ਜਦੋਂ ਅਸੀਂ ਗੁਲਾਬੀ ਰੰਗ ਜਾਂ ਇਹੋ ਜਿਹਾ ਰੰਗ ਜਿਹੜਾ ਕਿ ਧਾਰਨਾ ਸਾਡੇ ਸਮਾਜ ਦੇ ਵਿੱਚ ਆ ਕਿ ਉਹ ਲੜਕੀਆਂ ਲਈ ਆ ਦਿੱਤਾ ਜਾਂਦਾ, ਤੇ ਉਸੇ ਵੇਲੇ ਹੀ ਲੜਕੇ ਕਹਿ ਦਿੰਦੇ ਕਿ ਇਹ ਨਹੀਂ ਲੈਣਾ, ਅਸੀਂ ਇਹ ਨਹੀਂ ਲੈਣਾ, ਇਹ ਲੜਕੀਆਂ ਦਾ ਰੰਗ ਹੈ। ਇਹ ਜਿਹੜੀ ਧਾਰਨਾ ਵਾ ਉਸ ਨੂੰ ਸਪਸ਼ਟ ਕਰਨ ਦੇ ਲਈ ਅੱਜ ਆਪਾਂ ਇੱਕ ਕਿਰਿਆ ਕਰਦੇ ਆ। ਤੇ ਆਹ ਵੇਖੋ, ਇਸ ਗੱਲ ਨੂੰ ਸਪਸ਼ਟ ਕਰਨ ਵਾਸਤੇ ਮੈਂ 10 ਜਿਹੜੇ ਆ ਨੁਕਤੇ ਲਿਖੇ ਆ। ਇਹਨਾਂ 10 ਨੁਕਤਿਆਂ ਦੇ ਵਿੱਚ ਜਿਹੜਾ ਵਾ ਇਹੋ ਹੀ ਦੱਸਣਾ ਵਾ ਕਿ ਲੜਕੇ ਤੇ ਲੜਕੀ ਦੇ ਵਿੱਚ ਕੋਈ ਅੰਤਰ ਨਹੀਂ। ਤੇ ਇਹ ਤੁਸੀਂ ਆ ਵੇਖੋ, ਪਹਿਲਾਂ ਕੀ ਆ, ਨੱਚਣਾ, ਗੁਲਾਬੀ ਰੰਗ, ਨਰਸ, ਨੀਲਾ ਰੰਗ, ਇੰਜੀਨੀਅਰ, ਖਾਣਾ ਬਣਾਉਣਾ, ਡਾਕਟਰ, ਵਿਗਿਆਨੀ, ਚਮਕੀਲੀ ਤੇ ਵਕੀਲ। ਇਹ ਸ਼ਬਦ ਇਸ ਕਰਕੇ ਲਿਖੇ ਆ ਕਿ ਇਹ ਜਿਹੜੇ ਸ਼ਬਦ ਵਾ ਇਹ ਤੁਹਾਡੇ ਦਿਮਾਗ ਦੇ ਵਿੱਚ ਉਸੇ ਵੇਲੇ ਪ੍ਰਸ਼ਨ ਪੈਦਾ ਕਰਨਗੇ, ਠੀਕ ਹੈ ਨਾ। ਤੇ ਹੁਣ ਤੁਸੀਂ ਸੋਚੋ ਬੱਚਿਓ, ਤੁਸੀਂ ਦੱਸੋ ਕਿ ਜਿਹੜਾ ਵਾ ਨੱਚਣਾ, ਇਹ ਸਿਰਫ ਲੜਕੀਆਂ ਲਈ ਸ਼ਬਦ ਵਰਤਿਆ ਜਾਂਦਾ ਕਿ ਲੜਕਿਆਂ ਲਈ ਵੀ ਵਰਤਿਆ ਜਾਂਦਾ? ਦੋਵਾਂ ਵਾਸਤੇ। ਹੁਣ ਜਿਹੜੀ ਮੈਂ ਗੱਲ ਕੀਤੀ ਆ ਰੰਗ ਦੀ, ਗੁਲਾਬੀ ਰੰਗ, ਜੇਕਰ ਬੇਟਾ ਤੁਹਾਨੂੰ ਗੁਲਾਬੀ ਰੰਗ ਦੀ ਕੋਈ ਚੀਜ਼ ਲਿਆ ਕੇ ਦਿੱਤੀ ਜਾਵੇ, ਅੰਮ੍ਰਿਤ ਤੁਸੀਂ ਦੱਸੋ, ਤੇ ਤੁਸੀਂ ਉਹ ਆਰਾਮ ਨਾਲ ਵਰਤ ਲਓਗੇ? ਨਹੀਂ ਜੀ। ਦੇਖਿਆ, ਉਹੀ ਫਿਰ ਤੁਹਾਡਾ ਦੇਖ ਲਓ ਉਤਰਿਆ ਕਿ ਗੁਲਾਬੀ ਰੰਗ ਮੈਂ ਨਹੀਂ ਵਰਤਣਾ। ਇਹੋ ਜੀ ਕੋਈ ਗੱਲ ਨਹੀਂ, ਹਰ ਇੱਕ ਰੰਗ ਹਰ ਇੱਕ ਲਈ ਕੋਈ ਇਹਦੇ ਵਿੱਚ ਵੱਖਰਤਾ ਨਹੀਂ ਹੁੰਦੀ ਕਿ ਇਹ ਸਿਰਫ ਲੜਕੀਆਂ ਵਾਸਤੇ ਆ ਜਾਂ ਇਹ ਸਿਰਫ ਲੜਕਿਆਂ ਵਾਸਤੇ ਆ। ਜਦੋਂ ਅਸੀਂ ਹਰ ਇੱਕ ਪਾਸੇ ਬਰਾਬਰ, ਲੜਕੀਆਂ ਵੀ ਬਰਾਬਰ ਨੌਕਰੀ ਕਰ ਰਹੀਆਂ ਹਰ ਮਹਿਕਮੇ ਵਿੱਚ ਤੇ ਲੜਕੇ ਵੀ ਉਹਨਾਂ ਮਹਿਕਮਿਆਂ ਵਿੱਚ ਨੌਕਰੀਆਂ ਕਰ ਰਹੇ ਆ, ਤੇ ਫਿਰ ਇਹ ਜਿਹੜਾ ਵੱਖਰਤਾ ਵਾ ਉਹ ਕਿਉਂ ਆ ਗਈ? ਇਸੇ ਤਰ੍ਹਾਂ ਅੱਗੇ ਵੇਖੋ, ਨਰਸ, ਨਰਸ ਦਾ ਜਿਹੜਾ ਵਾ ਅਹੁਦਾ ਵਾ ਜਾਂ ਨੌਕਰੀ ਆ, ਉਹ ਲੜਕੇ ਵੀ ਨਰਸ ਹੈਗੇ ਆ ਤੇ ਲੜਕੀਆਂ ਵੀ ਨਰਸ। ਹੁਣ ਸਾਡੇ ਜਿਹੜਾ ਸਮਾਜ ਵਾ ਇਸ ਦੇ ਵਿੱਚ ਬਹੁਤ ਸਾਰੇ ਜਿਹੜੇ ਆ ਲੜਕੇ ਵੀ ਨਰਸ ਦੇ ਕੋਰਸ ਕਰ ਰਹੇ ਆ ਤੇ ਨੌਕਰੀਆਂ ਵੀ ਕਰ ਰਹੇ ਆ। ਇਸ ਕਰਕੇ ਕੋਈ ਵੀ ਇਹਦੇ ਵਿੱਚ ਵੱਖਰਤਾ ਨਹੀਂ ਹੈਗੀ। ਅੱਗੇ ਵੇਖੋ, ਨੀਲਾ ਰੰਗ, ਜਿਸ ਤਰ੍ਹਾਂ ਤੁਸੀਂ ਗੁਲਾਬੀ ਰੰਗ ਦੀ ਗੱਲ ਕੀਤੀ ਆ, ਇਸੇ ਤਰ੍ਹਾਂ ਹੀ ਨੀਲਾ ਰੰਗ ਜਿਹੜਾ ਵਾ ਉਹ ਲੜਕਿਆਂ ਲਈ ਸਮਝਿਆ ਜਾਂਦਾ। ਪਰ ਕੀ ਲੜਕੀਆਂ ਨੀਲਾ ਰੰਗ ਨਹੀਂ ਪਾਉਂਦੀਆਂ? ਚਲੋ ਬਵਨੀਤ ਤੁਸੀਂ ਦੱਸੋ, ਕੀ ਨੀਲਾ ਰੰਗ ਸਿਰਫ ਲੜਕਿਆਂ ਵਾਸਤੇ ਹੀ ਆ? ਨਹੀਂ ਜੀ। ਹੁਣ ਵੇਖੋ, ਅਗਲਾ ਜਿਹੜਾ ਵਾ ਉਹ ਸ਼ਬਦ ਹੈ ਇੰਜੀਨੀਅਰ। ਇੰਜੀਨੀਅਰ ਦੀ ਡਿਗਰੀ ਜਿਹੜੀ ਆ ਉਹ ਸਾਡੇ ਸਮਾਜੀ ਧਾਰਨਾ ਇਹ ਆ ਕਿ ਇੰਜੀਨੀਅਰ ਸਿਰਫ ਮਰਦ ਹੁੰਦੇ ਆ ਜਾਂ ਲੜਕੇ ਹੁੰਦੇ ਆ। ਪਰ ਹੁਣ ਜੇਕਰ ਤੁਸੀਂ ਆਲੇ ਦੁਆਲੇ ਝਾਤੀ ਮਾਰੋਗੇ ਤਾਂ ਅਨੇਕਾਂ ਹੀ ਲੜਕੀਆਂ, ਬਲਕਿ ਲੜਕੀਆਂ ਲੜਕਿਆਂ ਨਾਲੋਂ ਵੀ ਜ਼ਿਆਦਾ ਇੰਜੀਨੀਅਰਿੰਗ ਕਰਕੇ ਵਧੀਆ ਨੌਕਰੀਆਂ ਕਰ ਰਹੀਆਂ। ਤੇ ਫਿਰ ਇਹ ਸਾਡੇ ਮਨ ਦੇ ਵਿੱਚ ਇਹ ਜਿਹੜੀ ਭਾਵਨਾ ਕਿਉਂ ਆ ਰਹੀ ਹੈ? ਉਸ ਤੋਂ ਵਿੱਚੋਂ ਖਾਣਾ ਬਣਾਉਣਾ, ਖਾਣਾ ਬਣਾਉਣ ਦਾ ਕੰਮ ਜਿਹੜਾ ਵਾ ਇਹ ਸਾਡੇ ਸਮਾਜ ਦੇ ਵਿੱਚ ਪੱਕੀ ਧਾਰਨਾ ਬਣੀ ਹੋਈ ਆ ਕਿ ਇਹ ਸਿਰਫ ਲੜਕੀਆਂ ਦਾ ਕੰਮ ਹੈ। ਭਾਵੇਂ ਉਹ ਨੌਕਰੀ ਕਰਦੀ ਆ ਤੇ ਭਾਵੇਂ ਨਹੀਂ ਨੌਕਰੀ ਕਰਦੀ, ਖਾਣਾ ਤਾਂ ਉਹਨੇ ਬਣਾਉਣਾ ਹੀ ਬਣਾਉਣਾ। ਹੁਣ ਬੱਚਿਓ, ਜਿਹੜੇ ਬੱਚੇ ਬਾਹਰ ਜਾਂਦੇ ਆ ਉਹ ਵੇਖੋ, ਉਹਨਾਂ ਨੂੰ ਕੋਈ ਇਹ ਵੱਖਰਤਾ ਨਹੀਂ ਹੈਗੀ ਕਿ ਖਾਣਾ ਸਿਰਫ ਲੜਕੀ ਨੇ ਬਣਾਉਣਾ। ਉਹ ਨੌਕਰੀ ਤੋਂ ਆਏਗੀ ਤੇ ਫਿਰ ਖਾਣਾ ਬਣਾ ਕੇ ਸਾਰਿਆਂ ਨੂੰ ਖਵਾਏਗੀ। ਇਹੋ ਜੀ ਕੋਈ ਗੱਲ ਨਹੀਂ। ਤੁਸੀਂ ਆਮ ਤੌਰ ਤੇ ਤੁਹਾਡੇ ਰਿਸ਼ਤੇਦਾਰਾਂ ਦੇ ਵਿੱਚ ਅਨੇਕਾਂ ਲੋਕ ਬਾਹਰ ਗਏ ਹੋਣਗੇ ਵੱਖਰੇ ਵੱਖਰੇ ਦੇਸ਼ਾਂ ਵਿੱਚ। ਉਹ ਇਸ ਤਰ੍ਹਾਂ ਕਿ ਜਿਹੜਾ ਡਿਊਟੀ ਤੇ ਚਲੇ ਗਿਆ, ਆਪਣੇ ਕੰਮ ਤੇ ਚਲੇ ਗਿਆ, ਦੂਜੇ ਨੇ ਆਣ ਕੇ ਖਾਣਾ ਤਿਆਰ ਕਰਨਾ, ਤੇ ਜੇਕਰ ਉਹਨੂੰ ਸਮਾਂ ਹੈਗਾ ਵਾ ਉਹਨੇ ਖਾਣਾ ਤਿਆਰ ਕਰ ਦਿੰਦਾ। ਇਸ ਦੇ ਵਿੱਚ ਕੋਈ ਵੱਖਰਤਾ ਨਹੀਂ। ਤਾਂ ਹੀ ਜਿਹੜਾ ਵਾ ਉਹ ਦੇਸ਼ ਜਿਹੜੇ ਆ ਸਾਡੇ ਨਾਲੋਂ ਤਰੱਕੀ ਕਰਕੇ ਬਹੁਤ ਅੱਗੇ ਜਾ ਚੁੱਕੇ, ਕਿਉਂਕਿ ਉਹਨਾਂ ਦੇ ਮਨ ਵਿੱਚ ਇਹੋ ਜਿਹਾ ਡਿਫਰੈਂਸ ਕੋਈ ਨਹੀਂ ਹੈਗਾ। ਤੇ ਜਦੋਂ ਤੱਕ ਸਾਡੇ ਸੋਚ ਜਿਹੜੀ ਆ ਇਹ ਨਹੀਂ ਨਾ ਬਦਲੇਗੀ, ਉਹਨਾਂ ਚਿਰ ਤੱਕ ਅਸੀਂ ਉਨੀ ਤਰੱਕੀ ਨਹੀਂ ਕਰ ਸਕਦੇ। ਇਸ ਕਰਕੇ ਇੱਥੇ ਸਾਨੂੰ ਆਪਣੀ ਸੋਚ ਬਦਲਣ ਦੀ ਲੋੜ ਹੈ। ਡਾਕਟਰ, ਆਮ ਹੀ ਜਦੋਂ ਗੱਲ ਕਰਦੇ ਆ ਬੱਚੇ ਤੇ ਕਹਿ ਦਿੰਦੇ ਆ ਡਾਕਟਰੀ ਦਾ ਪੇਸ਼ਾ ਜਿਹੜਾ ਵਾ ਉਹ ਜ਼ਿਆਦਾ ਲੜਕੀਆਂ ਲਈ ਠੀਕ ਵਾ ਤੇ ਲੜਕਿਆਂ ਲਈ ਨਹੀਂ ਠੀਕ। ਪਰ ਇਹ ਜਿਹੜੀ ਸੋਚ ਵਾ ਅਸੀਂ ਮਨ ਵਿੱਚ ਨਹੀਂ ਰੱਖਣੀ। ਭਾਵੇਂ ਉਹ ਲੜਕੇ ਆ ਭਾਵੇਂ ਉਹ ਲੜਕੀਆਂ ਵਾ, ਡਾਕਟਰ ਦਾ ਪੇਸ਼ਾ
ਸਿਰਫ ਉਹਦੇ ਪੜ੍ਹਨ ਦੇ ਲੈਵਲ ਤੇ ਡਿਪੈਂਡ ਕਰਦਾ ਕਿ ਬੱਚੇ ਦਾ ਇੰਟਰਸਟ ਕਿਹੜੇ ਪਾਸੇ ਆ। ਜੇ ਉਹਦਾ ਮੈਡੀਕਲ ਲਾਈਨ 'ਚ ਇੰਟਰਸਟ ਵਾ ਤੇ ਉਹ ਡਾਕਟਰੀ ਪੇਸ਼ਾ ਅਪਣਾਏਗਾ, ਭਾਵੇਂ ਉਹ ਲੜਕਾ ਵਾ ਭਾਵੇਂ ਉਹ ਲੜਕੀ ਆ। ਤੇ ਜੇਕਰ ਉਸਦਾ ਇੱਧਰ ਮੈਡੀਕਲ 'ਚ ਨਹੀਂ ਦੀ ਦਿਲਚਸਪੀ ਹੈਗੀ ਤੇ ਉਹ ਨਾਨ ਮੈਡੀਕਲ ਰੱਖ ਕੇ ਇੰਜੀਨੀਅਰਿੰਗ ਜਾਂ ਹੋਰ ਕਿਸੇ ਲਾਈਨ ਦੇ ਵਿੱਚ ਚਲਾ ਜਾਵੇਗਾ। ਮੇਨ ਮੁੱਦਾ ਇਹ ਹੋਣਾ ਚਾਹੀਦਾ। ਅੱਗੇ ਚਮਕੀਲੀ ਦਾ ਮਤਲਬ ਇਹ ਆ ਕਿ ਚਮਕ ਵਾਲੀਆਂ ਚੀਜ਼ਾਂ। ਕੀ ਚਮਕ ਵਾਲੀਆਂ ਚੀਜ਼ਾਂ ਸਿਰਫ ਲੜਕੀਆਂ ਹੀ ਵਰਤੀਆਂ ਕਿ ਲੜਕੇ ਨਹੀਂ ਵਰਤੇ? ਇਹ ਤੁਸੀਂ ਆਪਣੇ ਮਨ ਵਿੱਚ ਸੋਚੋ ਤੇ ਦੱਸੋ ਕਿ ਕੀ ਇਹ ਕਥਨ ਜਿਹੜਾ ਵਾ ਉਹ ਸਹੀ ਹੈ। ਇਹ ਜਿਹੜਾ ਬੱਚਿਓ ਦੋਵਾਂ ਵਾਸਤੇ ਹੀ ਹੈ, ਲੜਕੀਆਂ ਵਾਸਤੇ ਵੀ ਕਿ ਲੜਕਿਆਂ ਵਾਸਤੇ ਵੀ। ਆਪਣੀ ਆਪਣੀ ਰੁਚੀ ਦੇ ਮੁਤਾਬਕ ਹਰ ਕੋਈ ਜਿਹੜਾ ਵਾ ਇਹ ਜੇ ਚੀਜ਼ਾਂ ਵਰਤ ਸਕਦਾ। ਵਕੀਲ, ਹੁਣ ਜਿਹੜਾ ਸਾਡਾ ਸਮਾਜ ਵਾ ਉਸ ਦੇ ਵਿੱਚ ਲੜਕੀਆਂ ਲੜਕਿਆਂ ਨਾਲੋਂ ਵੀ ਵੱਧ ਵਕੀਲ ਨੇ। ਇਹ ਜਿਹੜੀ ਧਾਰਨਾ ਜਿਹੜੀ ਗਲਤ ਆ ਕਿ ਸਿਰਫ ਲੜਕੇ ਹੀ ਵਕੀਲੀ ਦਾ ਪੇਸ਼ਾ ਕਰ ਸਕਦੇ ਆ, ਇਹ ਸਾਡੇ ਪੁਰਾਣੇ ਵਿਚਾਰ ਸਨ। ਇਹਨਾਂ ਨੂੰ ਛੱਡ ਕੇ ਆਪਣੀ ਸੋਚ ਨੂੰ ਸੁਧਾਰਨ ਦੀ ਲੋੜ ਵਾ, ਤਾਂ ਹੀ ਅਸੀਂ ਉਹਨਾਂ ਦੇਸ਼ਾਂ ਦੇ ਤਰੱਕੀ ਵਾਲੇ ਦੇਸ਼ਾਂ ਦੇ ਬਰਾਬਰ ਪਹੁੰਚ ਸਕਦੇ ਆ ਜਦੋਂ ਅਸੀਂ ਆਪਣੀ ਸੋਚ ਨੂੰ ਬਦਲ ਲਵਾਂਗੇ। ਬੱਚਿਓ, ਤੁਹਾਨੂੰ ਹੁਣੇ ਆਪਾਂ ਸਮਝਾਇਆ ਕਿ ਲਿੰਗਿਕ ਸਮਾਨਤਾ ਹੁੰਦੀ ਕੀ ਹੈ। ਆਸ ਹੈ ਕਿ ਤੁਹਾਨੂੰ ਪੂਰੀ ਤਰ੍ਹਾਂ ਸਮਝ ਲੱਗ ਗਈ ਹੋਵੇਗੀ। ਜਦੋਂ ਇਹ ਲਿੰਗਿਕ ਸਮਾਨਤਾ ਨੂੰ ਅਸੀਂ ਇਹਦੇ ਬਦਲਾਵ ਲਿਆਉਂਦੇ ਆ ਤੇ ਉਸ ਦਾ ਅਸਰ ਔਰਤਾਂ ਤੇ, ਬੱਚੇ ਤੇ, ਆਦਮੀ ਤੇ ਸਮਾਜ ਤੇ ਕੀ ਹੁੰਦਾ, ਇਹ ਵੀ ਜਾਣੀਏ। ਸਭ ਤੋਂ ਪਹਿਲਾਂ ਵੇਖੋ ਕਿ ਜੇ ਔਰਤ ਨੂੰ ਜਾਇਦਾਦ ਵਿੱਚ ਬਰਾਬਰ ਦੀ ਹਿੱਸੇਦਾਰੀ ਦਿੱਤੀ ਜਾਵੇ ਫਿਰ ਕੀ ਹੁੰਦਾ, ਫਿਰ ਕੀ ਬਦਲਾਅ ਆਉਂਦਾ? ਔਰਤ ਦੇ ਵਿੱਚ ਵਧੇਰੇ ਉਹ ਸੁਰੱਖਿਅਤ ਮਹਿਸੂਸ ਕਰਦੇ ਆ ਆਪਣੇ ਆਪ ਨੂੰ ਜਦੋਂ ਉਹਨਾਂ ਨੂੰ ਜਾਇਦਾਦ ਦੇ ਵਿੱਚ ਬਰਾਬਰ ਦਾ ਹਿੱਸਾ ਮਿਲਦਾ। ਜਿਸ ਤਰ੍ਹਾਂ ਤੁਸੀਂ ਜਾਣਦੇ ਜੇ ਕਿ ਜੇਕਰ ਬਾਪ ਦੀ ਜਾਇਦਾਦ ਆ, 3 ਭੈਣ ਭਾਈ ਆ ਤੇ ਉਹਨਾਂ ਤਿੰਨਾਂ ਨੂੰ ਬਰਾਬਰ ਦਾ ਹਿੱਸਾ ਦੇਣਾ ਸਰਕਾਰ ਨੇ ਨਿਯਤ ਕੀਤਾ, ਕਾਨੂੰਨ ਬਣਿਆ ਕਿ ਤਿੰਨਾਂ ਭੈਣ ਭਰਾਵਾਂ ਦਾ ਬਰਾਬਰ ਦਾ ਹਿੱਸਾ। ਜਦੋਂ ਲੜਕੀ ਨੂੰ ਵੀ ਬਰਾਬਰ ਦਾ ਹਿੱਸਾ ਮਿਲੇਗਾ ਤੇ ਉਹ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਰੇਗੀ। ਉਸ ਤੋਂ ਪਿੱਛੋਂ ਔਰਤ ਤੋਂ ਪਿੱਛੋਂ ਆ ਜਾਂਦੇ ਬੱਚੇ। ਜਦੋਂ ਮਾਂ ਸੁਰੱਖਿਅਤ ਹੋਵੇਗੀ ਤੇ ਮੁੰਡੇ ਤੇ ਕੁੜੀ ਦਾ ਵੀ ਭਵਿੱਖ ਸੁਰੱਖਿਅਤ ਹੋਵੇਗਾ। ਉਹ ਆਪਣੀ ਮਾਂ ਕੋਲੋਂ ਵੀ ਲੋੜ ਪੈਣ ਤੇ ਕੁਝ ਵੀ ਲੈ ਸਕਦੇ ਆ ਜਾਂ ਮਾਂ ਉਹਨਾਂ ਦੀ ਮਦਦ ਕਰ ਸਕਦੀ ਲੋੜ ਪੈਣ ਤੇ। ਉਸ ਤੋਂ ਪਿੱਛੋਂ ਆ ਜਾਂਦਾ ਆਦਮੀ। ਜਦੋਂ ਔਰਤ ਜਿਹੜੀ ਆ ਬਰਾਬਰ ਦੀ ਹਿੱਸੇਦਾਰ ਹੋਵੇਗੀ, ਬੱਚੇ ਸੁਰੱਖਿਅਤ ਹੋਣਗੇ ਤੇ ਇਸ ਦੇ ਨਾਲ ਆਦਮੀ ਜਿਹੜਾ ਵਾ ਉਸ ਤੇ ਵੀ ਬੋਝ ਵਿੱਚ ਕੁਝ ਘਾਟਾ ਹੋ ਜਾਵੇਗਾ, ਉਸ ਦੇ ਉੱਤੇ ਬੋਝ ਉਹਨਾਂ ਨਹੀਂ ਰਹੇਗਾ। ਉਸ ਤੋਂ ਅੱਗੇ ਆ ਜਾਂਦਾ ਸਮਾਜ ਜਿਹੜਾ ਵਾ ਜਾਇਦਾਦ ਸੰਬੰਧੀ ਤੁਸੀਂ ਆਮ ਦੇਖਦੇ ਜੇ ਕਿ ਕਿੰਨੇ ਝਗੜੇ ਹੁੰਦੇ ਜਾਇਦਾਦ ਸੰਬੰਧੀ। ਤੇ ਜੇਕਰ ਇਸ ਹਿਸਾਬ ਦੇ ਨਾਲ ਬਰਾਬਰ ਦੇ ਹੱਕ ਹੋਣਗੇ ਤੇ ਜਾਇਦਾਦ ਸੰਬੰਧੀ ਜਿਹੜੇ ਅਨੇਕਾਂ ਸਮਾਜ ਵਿੱਚ ਝਗੜੇ ਹੁੰਦੇ ਆ ਜਿਸ ਦੇ ਨਾਲ ਕਈ ਵਾਰ ਜਾਨਾਂ ਚਲੇ ਜਾਂਦੀਆਂ ਜਾਂ ਹੋਰ ਨੁਕਸਾਨ ਹੁੰਦੇ ਆ, ਤੇ ਇਸ ਤਰ੍ਹਾਂ ਸਮਾਜ ਵਿੱਚੋਂ ਝਗੜੇ ਘਟ ਜਾਣਗੇ। ਬੱਚਿਓ, ਹੁਣੇ ਤੁਹਾਨੂੰ ਇਹ ਜਿਹੜਾ ਚੱਕਰ ਆ ਸਮਾਨਤਾ ਦਾ ਚੱਕਰ, ਇਹ ਇਸ ਕਰਕੇ ਬਣਾ ਕੇ ਸਮਝਾਇਆ ਗਿਆ ਕਿ ਅਸੀਂ ਜੇਕਰ ਇਹ ਬਦਲਾਅ ਲੈ ਕੇ ਆਵਾਂਗੇ ਤੇ ਇਹਨਾਂ ਦਾ ਸਾਡੇ ਸਮੁੱਚੇ ਸਮਾਜ ਦੇ ਉੱਤੇ ਕੀ ਅਸਰ ਹੋਵੇਗਾ। ਉਸ ਦੇ ਵਿੱਚ ਹੀ ਔਰਤ ਆ, ਵਿੱਚ ਹੀ ਮਰਦ ਆ, ਵਿੱਚ ਹੀ ਬੱਚੇ ਆ। ਤੇ ਜੇਕਰ ਇਸੇ ਤਰ੍ਹਾਂ ਹੀ ਸੋਚ ਨੂੰ ਵੀ ਬਦਲਿਆ ਜਾਵੇ ਤਾਂ ਇਹ ਜਿਹੜੀ ਸੁਰੱਖਿਆ ਉਹ ਹਰ ਇੱਕ ਥਾਂ ਦੇ ਉੱਤੇ ਮਹਿਸੂਸ ਕਰਾਂਗੇ ਅਸੀਂ। ਤੇ ਜਦੋਂ ਇਹ ਸੁਰੱਖਿਆ ਕਾਇਮ ਹੋ ਜਾਵੇਗੀ ਫਿਰ ਉਹ ਸਮਾਜ ਜਿਹੜਾ ਉਹ ਬਹੁਤ ਹੀ ਸੁਖਾਲਾ ਤੇ ਵਧੀਆ ਸਮਾਜ ਬਣ ਜਾਵੇਗਾ ਜੋ ਝਗੜਿਆਂ ਰਹਿਤ ਹੋਵੇਗਾ, ਜਿਸ ਦੇ ਵਿੱਚ ਮੋਹ ਮਾਇਆ ਜਾਂ ਜਾਇਦਾਦ ਨੂੰ ਲੈ ਕੇ ਝਗੜੇ ਜਿਹੜੇ ਹੁੰਦੇ ਆ ਉਹ ਖਤਮ ਹੋ ਜਾਣਗੇ। ਬੱਚਿਓ, ਮੈਂ ਤੁਹਾਨੂੰ ਸਮਾਨਤਾ ਦੇ ਚੱਕਰ ਦੇ ਵਿੱਚ ਸਾਰਾ ਸਮਝਾਇਆ ਕਿ ਜਦੋਂ ਬਦਲਾਅ ਆਉਂਦਾ ਉਸ ਦਾ ਔਰਤ ਤੇ, ਬੱਚੇ ਤੇ, ਆਦਮੀ ਤੇ ਸਮਾਜ ਤੇ ਕੀ ਪ੍ਰਭਾਵ ਪੈਂਦਾ। ਹੁਣ ਤੁਸੀਂ ਕੋਈ ਉਦਾਹਰਨ ਆਪਣੀ ਸੋਚ ਕੇ ਦੱਸੋ ਕਿ ਜੇ ਬਦਲਾਅ ਆਵੇਗਾ ਤਾਂ ਉਸ ਦਾ ਕੀ ਅਸਰ ਹੋਵੇਗਾ। ਹੈਂਡ ਰੇਜ਼ ਕਰੋ। ਹਾਂਜੀ ਬੇਟਾ,
ਬਦਲਾਵ ਇਹ ਹੋ ਸਕਦਾ ਹੈ ਕਿ ਘਰ ਵਿੱਚ ਔਰਤ ਤੇ ਮਰਦ ਨੂੰ ਬਰਾਬਰ ਦਾ ਕੰਮ ਵੰਡਿਆ ਜਾਏ। ਬਿਲਕੁਲ ਜਿਵੇਂ ਬੱਚੇ ਨੇ ਦੱਸਿਆ ਕਿ ਕੀ ਬਦਲਾਅ ਆਇਆ, ਘਰ ਦੇ ਕੰਮਾਂ ਦੀ ਬਰਾਬਰ ਵੰਡ। ਘਰ ਦੇ ਕੰਮਾਂ ਦੀ ਬਰਾਬਰ ਵੰਡ। ਬਰਾਬਰ ਵੰਡ। ਹੁਣ ਇਸ ਬਦਲਾਅ ਦਾ ਔਰਤਾਂ ਤੇ ਕੀ ਅਸਰ ਹੋਵੇਗਾ, ਤੁਸੀਂ ਦੱਸੋ ਅਮਰਤ। ਇਸ ਨਾਲ ਔਰਤਾਂ ਦੇ ਉੱਤੇ ਜ਼ਿੰਮੇਵਾਰੀਆਂ ਘਟ ਜਾਣਗੀਆਂ। ਬਿਲਕੁਲ ਸਹੀ ਅਮਰਤ, ਔਰਤਾਂ ਦੀਆਂ ਜ਼ਿੰਮੇਵਾਰੀਆਂ ਵਿੱਚ ਘਾਟਾ। ਜ਼ਿੰਮੇਵਾਰੀਆਂ ਵਿੱਚ ਔਰਤ ਦੀ ਜਿਹੜੀ ਜ਼ਿੰਮੇਵਾਰੀ ਆ ਉਹਦੇ ਵਿੱਚ ਘਾਟਾ ਹੋ ਜਾਊਗਾ। ਇਹ ਕੌਣ ਦੱਸੇਗਾ ਕਿ ਇਸ ਬਦਲਾਅ ਦਾ ਬੱਚੇ ਤੇ ਕੀ ਅਸਰ ਹੋਵੇਗਾ। ਹਾਂਜੀ ਬੇਟਾ। ਬੱਚਿਆਂ ਉੱਤੇ ਵਧੀਆ ਅਸਰ ਹੋਵੇਗਾ। ਸ਼ਾਬਾਸ਼। ਇਸ ਬਦਲਾਅ ਦਾ ਬੱਚੇ ਤੇ ਕੀ ਅਸਰ ਹੋਵੇਗਾ, ਸਕਾਰਾਤਮਕ ਸੋਚ ਹੋ ਜਾਏਗੀ ਉਸਦੀ। ਸਕਾਰਾਤਮਕ ਸੋਚ ਹੋ ਜਾਏਗੀ। ਹੁਣ ਵੇਖੋ ਇਸ ਬਦਲਾਅ ਦਾ ਆਦਮੀ ਤੇ ਕੀ ਅਸਰ ਹੋਵੇਗਾ, ਕੋਈ ਦੱਸੇਗਾ ਬੱਚਾ। ਹੁਣ ਕੌਣ ਦੱਸੇਗਾ। ਹਾਂਜੀ ਪਰਨੀਤ। ਆਦਮੀ ਤੇ ਇਹ ਅਸਰ ਹੋਏਗਾ ਕਿ ਉਹ ਆਪਣੀ ਪਤਨੀ ਤੇ ਆਪਣੇ ਬੱਚੇ ਨਾਲ ਵੱਧ ਸਮਾਂ ਬਤੀਤ ਕਰ ਪਾਏਗਾ ਤੇ ਉਹਨਾਂ ਨੂੰ ਸਮਝ ਸਕੇਗਾ। ਸ਼ਾਬਾਸ਼, ਗੁੱਡ। ਬੱਚੇ ਨੇ ਬਿਲਕੁਲ ਸਹੀ ਦੱਸਿਆ ਕਿ ਜਦੋਂ ਜਿਹੜਾ ਵਾ ਘਰ ਦੀਆਂ ਜ਼ਿੰਮੇਵਾਰੀਆਂ ਵੰਡੀਆਂ ਜਾਣਗੀਆਂ ਤੇ ਜਿਹੜਾ ਆਦਮੀ ਆ ਉਹ ਵੀ ਵੱਧ ਤੋਂ ਵੱਧ ਸਮਾਂ ਘਰ 'ਚ ਦੇਵੇਗਾ ਤੇ ਪਰਿਵਾਰ ਨੂੰ, ਪਤਨੀ ਨੂੰ ਸਮਝਣ ਦਾ ਉਸਨੂੰ ਪੂਰਾ ਮੌਕਾ ਮਿਲੇਗਾ। ਇੱਥੇ ਅਸੀਂ ਕੀ ਲਿਖਾਂਗੇ ਕਿ ਆਦਮੀ ਜਿਹੜਾ ਵਾ ਪਰਿਵਾਰ ਨਾਲ ਸਮਾਂ ਬਿਤਾ ਸਕੇਗਾ। ਇਸ ਬਦਲਾਅ ਦਾ ਸਮਾਜ ਤੇ ਕੀ ਅਸਰ ਹੋਏਗਾ, ਹੱਥ ਖੜੇ ਕਰੋ ਬੱਚਿਓ, ਕੌਣ ਦੱਸੇਗਾ। ਹਾਂਜੀ ਬੇਟਾ। ਇਸ ਨਾਲ ਸਮਾਜਿਕ ਸੋਚ ਸੁਧਰੇਗੀ। ਗੁੱਡ। ਸ਼ਾਬਾਸ਼ ਬੱਚੇ, ਬਹੁਤ ਸਹੀ ਦੱਸਿਆ ਬੱਚੇ ਨੇ ਕਿ ਇਸ ਸਭ ਦੇ ਮਿਲਾਪ ਦੇ ਨਾਲ ਜੋ ਜੋ ਸੁਧਾਰ ਹੁੰਦੇ ਆ ਔਰਤ 'ਚ, ਬੱਚੇ 'ਚ, ਆਦਮੀ 'ਚ ਤੇ ਸਮਾਜ ਦੇ ਕੀ ਅਸਰ ਹੋਵੇਗਾ, ਸਮਾਜਿਕ ਸੋਚ ਸੁਧਰੇਗੀ। ਸਮਾਜਿਕ ਸੋਚ ਸੁਧਰੇਗੀ। ਸਾਰਾ ਸਾਡਾ ਸਮਾਜ ਹੀ ਇਸ ਦੇ ਨਾਲ ਤਬਦੀਲੀ ਦੇ ਨਾਲ ਸੁਧਰ ਜਾਏਗਾ। ਬੱਚਿਓ ਵੇਖੋ ਇਸ ਬਦਲਾਅ ਦੇ ਨਾਲ ਔਰਤ, ਬੱਚੇ, ਆਦਮੀ, ਸਮਾਜ ਸਾਰਿਆਂ ਤੇ ਅਸਰ ਪਿਆ ਤੇ ਇਸ ਦੇ ਨਾਲ ਜਿਹੜੀ ਆ ਸਮਾਜਿਕ ਸੋਚ ਬਦਲੇਗੀ ਤੇ ਇਸ ਦੇ ਨਾਲ ਜੇ ਤੁਹਾਨੂੰ ਸਮਝ ਲੱਗ ਗਈ ਇਹ ਸਾਰੀ ਸਮਾਨਤਾ ਦੇ ਚੱਕਰ ਦੀ ਤੇ ਫਿਰ ਸਮਾਜ ਨੂੰ ਵੀ ਸਮਝ ਲੱਗ ਜਾਏਗੀ। ਜੇ ਸਮਾਜ ਨੂੰ ਸਮਝ ਲੱਗ ਗਈ ਤੇ ਇੱਕ ਵਧੀਆ ਸਮਾਜ ਸਾਡਾ ਉਸਰੇਗਾ ਤੇ ਮੈਂ ਆਸ ਕਰਦੀ ਕਿ ਤੁਹਾਨੂੰ ਇਹ ਵਧੀਆ ਤਰੀਕੇ ਨਾਲ ਸਮਝ ਲੱਗ ਗਈ। ਪਿਆਰੇ ਬੱਚਿਓ, ਅਸੀਂ ਤੁਹਾਨੂੰ ਲਿੰਗਿਕ ਸਮਾਨਤਾ, ਜੈਂਡਰ ਇਕੁਐਲਿਟੀ ਹੋਣੀ ਚਾਹੀਦੀ ਹੈ ਤੁਹਾਡੇ ਵਿੱਚ, ਇਸ ਗੱਲ ਨੂੰ ਸਮਝਾਉਣ ਦੇ ਵਾਸਤੇ ਵੱਖ-ਵੱਖ ਕਿਰਿਆਵਾਂ ਕਰਾਈਆਂ। ਉਹਨਾਂ ਕਿਰਿਆਵਾਂ ਦੇ ਰਾਹੀਂ ਤੁਹਾਨੂੰ ਸਮਝਾਇਆ ਗਿਆ ਕਿ ਕਿਸ ਤਰ੍ਹਾਂ ਅਸੀਂ ਆਪਣੇ ਦਿਮਾਗ ਦੇ ਵਿੱਚੋਂ ਇਹ ਸੋਚ ਕੱਢ ਸਕਦੇ ਹਾਂ ਕਿ ਲੜਕੇ ਤੇ ਲੜਕੀ ਵਿੱਚ ਕੋਈ ਫਰਕ ਨਹੀਂ। ਹਰ ਇੱਕ ਫੀਲਡ ਦੇ ਵਿੱਚ ਲੜਕੇ ਕੰਮ ਕਰ ਸਕਦੇ ਆ ਤੇ ਉੱਥੇ ਲੜਕੀਆਂ ਵੀ ਕਰ ਸਕਦੀਆਂ। ਤੇ ਅਸੀਂ ਆਸ ਇਹੋ ਹੀ ਕਰਦੇ ਆ ਕਿ ਤੁਹਾਨੂੰ ਇਹ ਜਿਹੜੀ ਗੱਲ ਵਾ ਚੰਗੀ ਤਰ੍ਹਾਂ ਸਮਝ ਲੱਗ ਗਈ ਹੋਵੇਗੀ
ਕਿ ਲੜਕੇ ਤੇ ਲੜਕੀ 'ਚ ਕੋਈ ਫਰਕ ਨਹੀਂ ਗੇ। ਤੇ ਜੇਕਰ ਅਸੀਂ ਆਪਣੀ ਸੋਚ ਨੂੰ, ਬੱਚੇ ਜਿਹੜੇ ਆਪਣੀ ਸੋਚ ਨੂੰ ਸੁਧਾਰ ਲੈਣਗੇ ਤੇ ਇੱਕ ਵਧੀਆ ਸਮਾਜ ਦੀ ਉਸਾਰੀ ਹੋਵੇਗੀ। ਜਦੋਂ ਵਧੀਆ ਸਮਾਜ ਬਣ ਜਾਏਗਾ ਫਿਰ ਉਸ ਦੇ ਵਿੱਚ ਵੱਖਰੀ ਵੱਖਰੀ ਜਿਹੜੀ ਆ ਦੰਗੇ ਹੁੰਦੇ ਆ ਜਾਂ ਕਰਪਸ਼ਨ ਹੁੰਦੀ ਆ ਜਾਂ ਗਲਤ ਕੰਮ ਹੁੰਦੇ ਆ ਉਹ ਨਹੀਂ ਹੋਣਗੇ। ਇਸ ਕਰਕੇ ਤੁਸੀਂ ਆਪਣੀ ਸੋਚ ਨੂੰ ਵੀ ਸੁਧਾਰਨਾ ਤੇ ਆਪਣੇ ਆਲੇ ਦੁਆਲੇ ਦੀ ਸੋਚ ਨੂੰ ਵੀ ਸੁਧਾਰਨਾ ਤੇ ਬਰਾਬਰਤਾ ਦਾ ਜਿਹੜਾ ਵਾ ਫਾਰਮੂਲਾ ਉਹ ਰੱਖਣਾ।